ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਗੁਰੂ ਪਿਤਾ ਜੀ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਹਰ ਹਫ਼ਤੇ ਸਤਿਗੁਰੂ ਜੀ ਇੱਕ ਸਰਬੱਤ ਸੰਗਤਾਂ ਜੀ ਨੂੰ ਇੱਕ ਅਭਿਆਸ ਬਖਸ਼ਿਸ਼ ਕਰਦੇ ਹਨ, ਜੋ ਸਾਰੀ ਸਰਬੱਤ ਸੰਗਤ ਰਲ ਮਿਲ ਕੇ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਕੁਝ ਗੁਰੂ ਪਿਤਾ ਜੀ ਦੀ ਦਾਤ, ਜੋ ਗੁਰੂ ਪਿਤਾ ਜੀ ਦੇ ਸਦਕਾ ਸਮਝ ਆਉਂਦਾ ਹੈ, ਉਹ ਇੱਕ ਦੂਜੇ ਨਾਲ ਸਾਂਝ ਪਾਉਂਦੇ ਹਾਂ। ਸੋ ਗੁਰੂ ਪਿਤਾ ਇਸ ਹਫ਼ਤੇ ਵਿੱਚ ਸਤਿਗੁਰੂ ਜੀ ਆਪ ਦਇਆ ਕਰਕੇ, ਆਪ ਰਹਿਮਤ ਕਰਕੇ ਸਤਿਗੁਰੂ ਜੀਓ ਬਖਸ਼ਿਸ਼ ਕਰਦੇ ਹਨ। ਹਮ ਕਿਆ ਗੁਣ ਤੇਰੇ ਵਿਥਰੇ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਇਹ ਸਤਿਗੁਰੂ ਜੀਓ, हे ਵਾਹਿਗੁਰੂ ਜੀਓ, ਹਮ ਕਿਆ ਗੁਣ ਤੇਰੇ ਵਿਥਰੇ ਸੁਆਮੀ। ਇਹ ਸਤਿਗੁਰੂ ਜੀਓ, ਅਸੀਂ ਇਹ ਆਪ ਜੀਆਂ ਦੇ ਕਿਹੜੇ ਗੁਣ ਦਾ ਵਿਸਥਾਰ ਕਰ ਸਕਦੇ ਹਾਂ। ਸਤਿਗੁਰੂ ਜੀ, ਆਪ ਜੀ ਦੇ ਇੰਨੇ ਗੁਣ ਹਨ, ਮੈਂ ਤਾਂ ਇੱਕ ਗੁਣ ਦਾ ਵੀ ਵਿਸਥਾਰ ਨਹੀਂ ਕਰ ਸਕਦਾ ਸਤਿਗੁਰੂ ਜੀਓ। ਤਾਂ ਜਦੋਂ ਗੁਰੂ ਪਿਤਾ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਵੀ ਗੁਣ ਕਿਹੜੇ ਗੁਣ ਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੇ ਨੇ, ਵੀ ਉਹਦੇ ਕਿਹੜੇ ਗੁਣ ਨੇ। ਅਸੀਂ ਵੇਖ ਰਹੇ ਸੀ ਕਿ ਗੁਰੂ ਪਿਤਾ ਜੀ ਨੇ ਦਇਆ ਕਰਕੇ, ਬਖਸ਼ਿਸ਼ ਕਰਕੇ ਜਦੋਂ ਇਹ ਸਰੀਰ ਬਖਸ਼ਿਸ਼ ਕੀਤਾ, ਕਿੱਡਾ ਤਗੜਾ ਗੁਣ ਆ। ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਕਿੱਡਾ ਤਗੜਾ ਗੁਣ ਆ। ਪਰ ਮੈਂ ਕੀ ਜਾਣ ਸਕਾਂ ਉਸ ਚੀਜ਼ ਬਾਰੇ। ਫਿਰ ਇਸ ਸਰੀਰ ਨੂੰ ਉਹ ਕਿਵੇਂ ਸਵਾਸ ਦੇ ਰਿਹਾ, ਮੈਂ ਕੀ ਜਾਣ ਸਕਾਂ ਇਸ ਚੀਜ਼ ਬਾਰੇ। ਕਿੱਦਾਂ ਗੁਰੂ ਪਿਤਾ ਜੀ ਸਵਾਸ ਬਖਸ਼ ਰਹੇ ਨੇ, ਕਿੱਦਾਂ ਫਿਰ ਇਸ ਨੂੰ ਹਵਾ ਬਖਸ਼ ਰਹੇ ਨੇ, ਕਿੱਦਾਂ ਉਹ ਸਵਾਸ ਚੱਲ ਰਹੇ ਨੇ ਹਵਾ ਤੋਂ। ਉਹ ਇਹ ਕਿੱਡਾ ਤਗੜਾ ਗੁਣ ਆ ਕਿ ਗੁਰੂ ਪਿਤਾ ਜੀ, ਉਹ ਕਿੱਡਾ ਤਗੜਾ ਗੁਣ ਆ ਕਿ ਗੁਰੂ ਪਿਤਾ ਜੀ ਧੁੱਪ ਬਖਸ਼ ਰਹੇ ਨੇ, ਸੂਰਜ ਬਖਸ਼ ਰਹੇ ਨੇ, ਸਵਾਸ ਬਖਸ਼ ਰਹੇ ਨੇ। ਗੁਰੂ ਪਿਤਾ ਜੀ ਕਿੰਨਾ ਇਸ ਸਰੀਰ ਨੂੰ ਭੋਜਨ ਛਕਣ ਲਈ ਕਿੰਨਾ ਪੈਦਾ ਕਰ ਰਹੇ ਨੇ, ਕੀ ਕੁਛ ਗੁਰੂ ਪਿਤਾ ਸਾਡੇ ਲਈ ਕਰ ਰਹੇ। ਮੈਂ ਇੱਕ ਵੀ ਗੁਣ ਨੂੰ, ਮੈਂ ਕਿਆ ਗੁਣ ਤੇਰੇ ਵਿਥਰਾ ਸਤਿਗੁਰੂ ਜੀਓ, ਮੈਂ ਕੀ ਵਿਸਥਾਰ ਕਰ ਸਕਾਂ ਇਹਨਾਂ ਗੁਣਾਂ ਦਾ। ਆਪ ਜੀ ਅਪਰ ਪਾਰੋ ਰਾਮ ਰਾਜੇ, ਆਪ ਜੀ ਕਿੱਡੇ ਅਪਰ ਪਾਰੋ। ਆਪ ਜੀ ਦਾ ਕੋਈ ਆਰਲਾ ਪਾਰਲਾ ਮੈਂ ਦੱਸ ਹੀ ਨਹੀਂ ਸਕਦਾ, ਕਿਉਂਕਿ ਆਪ ਜੀ ਦੇ ਗੁਣ ਹੀ ਇੰਨੇ ਆ। ਕਿਉਂਕਿ ਐਡੇ ਐਡੇ ਤਕੜੇ ਗੁਣ ਹੈ, ਇਹਨਾਂ ਗੁਣਾਂ ਨੂੰ ਮੈਂ ਕੀ ਵਿਸਥਾਰ ਕਰ ਸਕਦਾ। ਜੇ ਮੈਂ ਇਹ ਅਪਰ ਅਪਾਰੋ, ਤੁਸੀਂ ਕਿੱਡੇ ਹੋ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਮੈਂ ਉਸ ਨੂੰ, ਕਿਉਂਕਿ ਮੈਂ ਜਾਣ ਹੀ ਨਹੀਂ ਪਾਇਆ ਅਜੇ ਤੱਕ ਉਹਨਾਂ ਗੁਣਾਂ ਨੂੰ, ਵੀ ਤੁਹਾਡੇ ਗੁਣ ਕਿੱਡੇ ਕੁ ਆ। ਮੈਂ ਵਿਸਥਾਰ ਕਰ ਕਿੱਦਾਂ ਸਕਾਂ ਕਿ ਉਹ ਕਿੱਦਾਂ ਧੁੱਪ ਪੈਦਾ ਕਰਦਾ, ਉਹ ਕਿੱਡਾ ਪਰੋਪਾਰ, ਉਹ ਕਿੰਨੀ ਹਵਾ ਦੇ ਰਿਹਾ, ਕਿਸ ਤਰ੍ਹਾਂ ਪਾਣੀ ਦੇ ਰਿਹਾ, ਕਿਵੇਂ ਸਰੀਰ ਪੈਦਾ ਕਰ, ਕਿਵੇਂ ਸ੍ਰਿਸ਼ਟੀ ਸਾਜੀ, ਕਿਵੇਂ ਉਹ ਆਪਣੀ ਖੇਡ ਚਲਾ ਰਿਹਾ। ਇਹ ਕਿੱਡਾ ਤਗੜਾ ਉਹ ਰਾਮ, ਉਹ ਰਮਿਆ ਹੋਇਆ ਫਿਰ ਸਾਰਿਆਂ ਦੇ ਵਿੱਚ। ਅਤੇ ਉਹ ਰਾਜਾ ਕਿੱਡਾ ਤਗੜਾ ਰਾਜਾ ਵਾ, ਜਿਹੜੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਉਹਦਾ ਮੈਂ ਕੀ ਬਿਆਨ ਕਰ ਸਕਾਂ, ਉਹਦੇ ਮੈਂ ਗੁਣਾਂ ਨੂੰ ਕਿੱਦਾਂ ਬਿਆਨ ਕਰ ਸਕਾਂ। ਮੇਰੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈਗਾ ਕਿ ਮੈਂ ਉਹ ਗੁਣਾਂ ਨੂੰ ਬਿਆਨ ਕਰ ਸਕਾਂ। ਹਮ ਕਿਆ ਗੁਣ ਤੇਰੇ ਵਿਥਰੇ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਹਰ ਨਾਮ ਸਲਾਹਾਂ ਦਿਨ ਸਰਾਤ, ਇਹ ਆਸ ਉਦਾਰੋ। ਮੈਂ ਤੇ ਗੁਰੂ ਪਿਤਾ ਜੀਓ ਇੱਕੋ ਹੀ ਬੇਨਤੀ, ਇੱਕੋ ਹੀ ਆਪ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀਓ ਬੇਨਤੀ ਕਰਦਾ। ਸਤਿਗੁਰੂ ਜੀਓ, ਹਰ ਨਾਮ ਸਲਾਹਾਂ ਦਿਨ ਸਰਾਤ, ਮੈਂ ਤੇਰੇ ਨਾਮ ਨੂੰ ਸਲਾਹ ਸਕਾਂ ਦਿਨ ਸਰਾਤ। ਇਹ ਆਸ ਆਧਾਰੋ ਕਿ ਮੈਂ ਤੇਰੇ ਨਾਮ ਨੂੰ, ਉਹ ਤੇਰੀ ਵਡਿਆਈ ਨੂੰ, ਮੈਂ ਤੇਰੇ ਉਹ ਦਿੱਤੀਆਂ ਹੋਈਆਂ ਦਾਤਾਂ 'ਚੋਂ ਤੈਨੂੰ ਮਾਣ ਸਕਾਂ ਦਿਨ ਸਰਾਤ। ਕਿੱਦਾਂ ਕਿ ਦਿਨ ਸਰਾਤ ਕਿ ਹਰ ਵੇਲੇ, ਹਰ ਸਮੇਂ, ਹਰ ਟਾਈਮ ਉਹ ਤੇਰੀ ਮੈਂ ਖੇਡ ਨੂੰ ਵੇਖ ਸਕਾਂ। ਉਹ ਦਿਨ ਸਰਾਤ ਜਿਹੜੀ ਤੇਰੀ ਖੇਡ ਚੱਲਦੀ ਹੈ, ਮੈਂ ਉਹਨੂੰ ਜਦੋਂ ਵੀ ਮੇਰੀਆਂ ਅੱਖਾਂ ਖੁੱਲ੍ਹਦੀਆਂ ਬੰਦ, ਜਦੋਂ ਵੀ ਜੋ ਕੁਛ ਵੀ ਮੇਰੇ ਕੋਲ ਮੈਨੂੰ ਮਿਲ ਰਿਹਾ, ਉਹ ਤੇਰੀ ਇੱਕ ਖੇਡ ਆ। ਉਹ ਤੇਰਾ ਇੱਕ ਕਿੱਡਾ ਤਗੜਾ ਗੁਣ ਆ। ਉਹ ਤੇਰਾ ਇੱਕ ਕਿੱਡਾ ਤਗੜਾ ਇੱਕ ਗੁਣ ਆ ਕਿ ਤੂੰ ਗੁਰੂ ਪਿਤਾ ਜੀਓ ਸਭਨਾਂ ਦੇ ਵਿੱਚ ਆ। ਸਭਨਾਂ ਦੇ ਕਿੱਡਾ ਤਗੜਾ ਗੁਣ ਕਿ ਸਭਨਾਂ ਜੀਆਂ ਨੂੰ ਪੈਦਾ ਕੀਤਾ, ਸਭਨਾਂ ਦੇ ਵਿੱਚ ਆਪ ਜੀਓ। ਉਹ ਆਪ ਜੀ ਦਾ ਕਿੱਡਾ ਤਗੜਾ ਇੱਕ ਗੁਣ ਵਾ। ਅਤੇ ਮੈਂ ਗੁਰੂ ਪਿਤਾ ਜੀ ਆਪ ਜੀ ਨੂੰ ਦਿਨ ਰਾਤ ਸਲਾਹ ਸਕਾਂ, ਮੈਂ ਉਹਨੂੰ ਵੇਖ ਸਕਾਂ। ਦਿਨ ਰਾਤ ਸਲਾਹਣਾ ਕੀ ਆ ਕਿ ਉਹਨੂੰ ਮਾਣ ਸਕਾਂ, ਉਹਦੇ 'ਤੇ ਚੱਲ ਸਕਾਂ। ਸਤਿਗੁਰੂ ਜੀਓ, ਉਹਨੂੰ ਹਰ ਇੱਕ ਚੀਜ਼ ਤੋਂ ਆਪ ਜੀ ਹੀ ਦਿਖੋ। ਹਰ ਸਰੀਰ ਦੇ ਵਿੱਚੋਂ, ਹਰ ਸਰੀਰ ਦੇ ਵਿੱਚੋਂ, ਹਰ ਚੀਜ਼ ਦੇ ਵਿੱਚੋਂ ਕਿ ਇਹ ਗੁਰੂ ਪਿਤਾ ਤੋਂ ਹੀ ਪੈਦਾ ਹੋਈ, ਇਹ ਉਹਦਾ ਹੀ ਆ। ਉਹਦਾ ਹੀ ਐਨਰਜੀ ਲੱਗੀ ਹੈ ਇਹਦੇ ਉੱਤੇ, ਇਹ ਪੈਦਾ ਹੋਣ ਦੀ, ਨਹੀਂ ਤਾਂ ਇਹ ਪੈਦਾ ਨਹੀਂ ਸੀ ਹੋ ਸਕਦੀ। ਸੋ ਇਸ ਕਰਕੇ ਹਮ ਦਿਨ ਰਾਤ ਗੁਰੂ ਪਿਤਾ ਜੀ, ਇਹੋ ਮੇਰੀ ਬੇਨਤੀ ਗੁਰੂ ਪਿਤਾ ਜੀ, ਅਰਦਾਸ ਵਾ। ਹਮ ਨਾਮ ਸਲਾਹਾਂ ਦਿਨ ਸਰਾਤ, ਇਹ ਆਸ ਆਧਾਰੋ। ਇਹੋ ਆਸ ਵਾ ਕਿ ਇਹ ਮੇਰੀ ਇੱਕੋ ਇੱਕ ਆਸ ਹੈ ਕਿ ਮੇਰਾ ਇਹ ਜੀਵਨ ਦਾ ਜਿਹੜਾ ਆਧਾਰ ਹੋ ਸਕੇ, ਮੈਂ ਦਿਨ ਰਾਤ ਤੈਨੂੰ ਸਲਾਹ ਸਕਾਂ।
ਮੈਂ ਦਿਨ ਰਾਤ ਤੈਨੂੰ ਮਾਣ ਸਕਾਂ, ਮੈਂ ਦਿਨ ਰਾਤ ਆਪ ਜੀਆਂ ਨੂੰ ਸਤਿਗੁਰੂ ਜੀਓ ਆਪ ਜੀਆਂ ਆਪ ਹੀ ਸਤਿਗੁਰੂ ਜੀ ਮੇਰਾ ਆਧਾਰ ਕਰ ਸਕਦੇ ਹੋ। ਮੈਂ ਤੇ ਕੁਛ ਵੀ ਨਹੀਂ ਇਸ ਬਾਰੇ। ਕਿਉਂਕਿ ਮੈਂ ਮੂਰਖ ਕਛੂ ਨਾ ਜਾਣਾ, ਮੈਂ ਕੁਝ ਨਹੀਂ ਜਾਣਦਾ ਕਿ ਮੈਂ ਕਿਵੇਂ ਪਾਵੇ ਪਾਰੋ, ਵੀ ਕਿੱਦਾਂ ਮੇਰਾ ਪਾਰ ਉਤਾਰਾ ਹੋਊਗਾ। ਮੂਰਖ ਕੀ ਸੀ? ਮੈਂ ਮੂਰਖ ਦਾ ਜਦੋਂ ਵੇਖੀਦਾ ਸੀ, ਮੂਰਖ ਇਹ ਕਿ ਜਿਹਨੂੰ ਸਭ ਕੁਝ ਪਤਾ ਹੋਵੇ। ਹੁਣ ਇੱਕ ਹੁੰਦਾ ਕਿ ਮੈਨੂੰ ਪਤਾ ਹੀ ਕੁਝ ਨਹੀਂ ਅਜੇ, ਅਤੇ ਮੈਂ ਕੀ ਉਸ ਰਸਤੇ 'ਤੇ ਕਿੱਦਾਂ ਚੱਲ ਸਕਾਂ, ਮੈਂ ਬੇਸਮਝ ਹੀ। ਪਰ ਇੱਕ ਹੁੰਦਾ ਕਿ ਉਹਦੀ ਸੋਝੀ ਹੋ ਜਾਣੀ, ਉਹ ਗੁਰੂ ਪਿਤਾ ਜੀ ਨੇ ਉਹਦੀ ਸੋਝੀ ਬਖਸ਼ ਦੇਣੀ ਵੀ ਇਹ ਜੀਵਨ ਕਿਸ ਕੰਮ ਲਈ ਮਿਲਿਆ, ਇਹ ਜੀਵਨ ਦਾ ਮਨੋਰਥ ਕੀ ਆ। ਅਤੇ ਜੇ ਮੈਂ ਫਿਰ ਵੀ ਉਹ ਜੀਵਨ ਨੂੰ ਦੇ ਮਨੋਰਥ ਨੂੰ ਸਮਝ ਕੇ ਵੀ ਫਿਰ ਵੀ ਮੈਂ ਔਗਣ ਕਰ ਰਿਹਾ, ਗੁਨਾਹ ਕਰ ਰਿਹਾ ਵਾਂ, ਫਿਰ ਵੀ ਮੈਂ ਉਹ ਵਕਾਰਾਂ 'ਚ ਵਾਂ, ਅਤੇ ਗੁਰੂ ਪਿਤਾ ਜੀ ਇਸ ਲਈ ਫਿਰ ਮੈਂ ਮੂਰਖ ਹੀ ਹਾਂ ਨਾ। ਫਿਰ ਮੈਨੂੰ ਮੂਰਖ ਦਾ ਖਿਤਾਬ ਦਿੱਤਾ ਜਾ ਸਕਦਾ ਕਿ ਹਾਂ ਇਹ ਮੂਰਖ ਹੈ, ਇਹਨੂੰ ਪਤਾ ਆ ਹੁਣ ਕੀ ਜੀਵਨ ਕੀ ਆ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਸੋ ਉਹ ਹੁਣ ਗੁਣ ਔਗਣਾਂ ਦਾ ਗੁਰੂ ਪਿਤਾ ਜੀ ਕਹਿੰਦੇ ਤੈਨੂੰ ਪਤਾ ਆ, ਪਰ ਜੇ ਤੂੰ ਨਹੀਂ ਚੱਲਦਾ ਤੇ ਫਿਰ ਤੂੰ ਮੂਰਖ ਆ। ਇਸ ਕਰਕੇ ਮੈਂ ਮੂਰਖ ਕਛੂ ਨਾ ਜਾਣਾ, ਵੀ ਮੈਂ ਇੱਕ ਮੂਰਖ ਕਛੂ ਨੇ, ਮੈਂ ਕੁਛ ਜਾਣਦਾ ਹੀ ਨਹੀਂ। ਮੂਰਖ ਉਹ ਹੁੰਦਾ ਕਿ ਜਿਹਨੂੰ ਜਾਣ ਹੀ ਨਹੀਂ ਹੈਗੀ। ਵੀ ਗੁਰੂ ਪਿਤਾ ਜੀ ਉਹ ਹਮ ਮੂਰਖ ਕਛੂ ਨਾ ਜਾਣਾ, ਵੀ ਮੈਂ ਨਹੀਂ ਕੁਝ ਆਪ ਜੀਆਂ ਬਾਰੇ। ਏਡੇ ਤਗੜੇ ਆਪ ਜੀ ਦੇ ਗੁਣ ਨੇ, ਏਡੇ ਤਗੜੇ ਆਪ ਜੀ ਰਮੇ ਹੋਏ ਸਭਨਾਂ ਦੇ ਵਿੱਚ ਹੋ, ਪਰ ਮੈਂ ਕੀ ਜਾਣ ਸਕਾਂ ਉਹਦੇ ਬਾਰੇ, ਮੈਂ ਉਹਨੂੰ ਜਾਣ ਨਹੀਂ ਪਾਇਆ ਅਜੇ ਤੱਕ। ਇਸ ਕਰਕੇ ਗੁਰੂ ਪਿਤਾ ਜੀ ਮੈਨੂੰ ਸਮੱਤ ਬਖਸ਼ੋ ਕੋਈ। ਗੁਰੂ ਪਿਤਾ ਜੀ ਆਪ ਕਿਰਪਾ ਕਰੋ ਸਤਿਗੁਰੂ ਜੀਓ, ਕਿਵ ਹਮ ਮੂਰਖ ਕਛੂ ਨਾ ਜਾਣਾ ਕਿਵ ਪਾਵੇ ਪਾਰੋ, ਮੈਂ ਕਿੱਦਾਂ ਉਹਦਾ ਪਾਰ ਉਤਾਰਾ ਹੋ ਸਕਦਾ। ਗੁਰੂ ਪਿਤਾ ਜੀ ਆਪ ਜੀ ਦਇਆ ਕਰਕੇ ਸਤਿਗੁਰੂ ਜੀ ਆਪ ਹੀ ਕਿਰਪਾ ਕਰੋ ਸਤਿਗੁਰੂ ਜੀਓ। ਅਰਦਾਸ ਹੈ, ਬੇਨਤੀ ਹੈ ਸਤਿਗੁਰੂ ਜੀਓ। ਫਿਰ ਗੁਰੂ ਪਿਤਾ ਕਹਿੰਦੇ ਨੇ ਕਿ ਜੇ ਤੂੰ ਪਾਰ ਉਤਾਰਾ ਕਰਨਾ, ਜੇ ਤੂੰ ਪਾਰ ਉਤਾਰਾ ਤੂੰ ਚਾਹੁੰਦਾ ਆ, ਤੇ ਫਿਰ ਇੱਕ ਗੁਰੂ ਨਾਨਕ ਪਾਤਸ਼ਾਹ ਜਿਵੇਂ ਅਰਦਾਸ ਕਰਦੇ ਨੇ, ਗੁਰੂ ਨਾਨਕ ਪਿਤਾ ਜੀ ਜਿਵੇਂ ਉਹ ਮੰਗ ਰਹੇ ਨੇ, ਇਸ ਤਰ੍ਹਾਂ ਤੂੰ ਮੰਗ। ਜਨ ਬਣਨਾ ਪੈਣਾ। ਉਹ ਜਨ ਜਿਹੜਾ ਇੱਕੋ ਇੱਕ ਜਨ, ਉਹਦਾ ਜਨ ਬਣਨਾ ਪੈਣਾ। ਜਿਵੇਂ ਕਿ ਨੰਨੇ ਨੂੰ ਔਂਕੜ ਲੱਗਣ ਕਰਕੇ ਉਹ ਇੱਕੋ ਇੱਕ ਜਨ ਉਹਦਾ ਹੋਣਾ ਪੈਣਾ। ਉਹਦੇ ਤੋਂ ਬਿਨਾਂ ਕਿਸੇ ਦਾ ਹੋਰ ਦਾ ਨਹੀਂ, ਉਹਦਾ ਹੀ ਬਣ ਕੇ ਰਹਿਣਾ ਪੈਣਾ। ਜੇ ਨਾਨਕ ਹਰ ਕਾ ਦਾਸ ਹੈ, ਜਦੋਂ ਉਹਦਾ ਦਾਸ, ਜੇ ਨਾਨਕ ਹਰ ਦਾ ਦਾਸ ਬਣ ਕੇ, ਹਰੀ ਦਾ, ਪਰਮਾਤਮਾ ਦਾ, ਉਹਦਾ ਨੌਕਰ ਬਣ ਕੇ ਰਹਿਣਾ ਪੈਣਾ। ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ। ਸੋ ਜਦੋਂ ਅਸੀਂ ਪਨਿਹਾਰੋ ਦੇ ਸ਼ਬਦ ਨੂੰ ਵਿਚਾਰ ਰਹੇ ਹਾਂ, ਪਨਿਹਾਰੋ ਕੀ ਹੁੰਦਾ, ਤੇ ਜਿਵੇਂ ਕਿ ਸਾਨੂੰ ਇੱਦਾਂ ਆਇਆ ਕਿ ਜਿਸ ਤਰ੍ਹਾਂ ਪਨਿਹਾਰੋ ਨੂੰ ਕਹਿੰਦੇ ਜਿਹਦਾ ਕੋਈ ਆਸਰਾ ਨਹੀਂ, ਅਤੇ ਜਿਹਨੂੰ ਕੋਈ ਪਨਾਹ ਦੇ ਦਿੰਦਾ, ਜਿਹਨੂੰ ਕੋਈ, ਜਿਵੇਂ ਸਾਡੇ ਦਿਮਾਗ ਇਸ ਤਰ੍ਹਾਂ ਚੱਲਿਆ ਕਿ ਜਿਵੇਂ ਅਸੀਂ ਇਸ ਅਮਰੀਕਾ ਦੀ ਧਰਤੀ 'ਤੇ ਆਏ। ਸੋ ਜੋ ਅਮਰੀਕਾ ਦੀ ਧਰਤੀ ਆਏ, ਅਤੇ ਜਿਵੇਂ ਕਿ ਇਹਨਾਂ ਕੋਲ ਪਨਾਹ ਲਈ ਕਿ ਬਹੁਤ ਜਿਸ ਤਰ੍ਹਾਂ ਕਿ ਜੀਆਂ ਨੇ ਕੀਤਾ ਕਿ ਮੈਨੂੰ ਖਤਰਾ ਆ, ਮੈਨੂੰ ਇੰਡੀਆ ਤੋਂ ਖਤਰਾ, ਅਤੇ ਮੈਨੂੰ ਇੱਥੇ ਪਨਾਹ ਦਿੱਤੀ ਜਾਵੇ, ਅਤੇ ਮੈਂ ਜੇ ਚੱਲ ਗਿਆ ਤਾਂ ਮੈਨੂੰ ਮਾਰ ਦੇਣਾ। ਸੋ ਉਹ ਗੁਰੂ ਪਿਤਾ ਨੇ ਇਸ ਤਰ੍ਹਾਂ ਸੁਣਿਆ ਵੀ ਉਹਨੂੰ ਕਹਿੰਦੇ ਪਨਾਹੀਆ ਜਿਹਨੂੰ ਕਹਿੰਦੇ ਨਾ, ਪਨਿਹਾਰੋ, ਵੀ ਉਹ ਮੈਨੂੰ ਇਸ ਤਰ੍ਹਾਂ ਲੱਗਾ ਕਿ ਉਹ ਸ਼ਬਦ ਗੁਰੂ ਪਿਤਾ ਵਰਤਦੇ ਨੇ। ਅਤੇ ਮੈਂ ਕੀ ਕਰਨਾ, ਇਹ ਉੱਥੇ ਹੀ ਗੁਰੂ ਪਿਤਾ ਦੇ ਚਰਨਾਂ 'ਚ ਪਨਾਹ ਲੈਣੀ ਕਿ ਗੁਰੂ ਪਿਤਾ ਜੀ ਬਖਸ਼ਿਸ਼ ਕਰੋ ਸਤਿਗੁਰੂ ਜੀਓ, ਆਪ ਆਪਣੇ ਚਰਨਾਂ ਦੇ ਵਿੱਚ ਮੈਨੂੰ ਆਪ ਰੱਖ ਲਓ ਸਤਿਗੁਰੂ ਜੀਓ। ਜੇ ਮੈਂ ਬਾਹਰ ਗਿਆ, ਜੇ ਮੈਂ ਆਪ ਜੀ ਦੇ ਚਰਨਾਂ ਤੋਂ ਬਾਹਰ ਗਿਆ, ਤਾਂ ਮੇਰੀ ਮੌਤ ਆ, ਮੈਂ ਮਰਿਆ। ਜਦੋਂ ਆਪ ਜੀ ਦੇ ਚਰਨਾਂ ਤੋਂ ਬਾਹਰ ਮੈਂ ਜੀਆਂ, ਤਾਂ ਮੇਰੀ ਮੌਤ ਆ। ਸੋ ਇਸ ਕਰਕੇ ਗੁਰੂ ਪਿਤਾ ਜੀ ਆਪ ਦਇਆ ਕਰਕੇ ਸਤਿਗੁਰੂ ਜੀ, ਰਹਿਮਤ ਕਰਕੇ ਸਤਿਗੁਰੂ ਆਪ ਮੈਨੂੰ ਆਪਣੇ ਚਰਨਾਂ ਵਿੱਚ ਪਨਾਹ ਦੇ ਦਿਓ ਸਤਿਗੁਰੂ। ਮੈਂ ਜਦੋਂ ਇਹ ਆਪ ਜੀ ਤੋਂ ਚਰਨਾਂ ਤੋਂ, ਜੇ ਆਪ ਜੀ ਦੀ ਜਦੋਂ ਵੀ ਆਪ ਜੀ ਨੂੰ ਮੰਨਣਾ ਛੱਡ ਦਿੱਤਾ, ਜਦੋਂ ਵੀ ਆਪ ਜੀ ਦੇ ਰੰਗਾਂ ਤੋਂ ਬਾਹਰ ਗਿਆ, ਅਤੇ ਉਹ ਇੱਕ ਮੇਰੇ ਲਈ ਮੌਤ ਹੀ ਆ। ਮੈਨੂੰ ਉਸੇ ਵੇਲੇ ਵਕਾਰਾਂ ਨੇ ਘੇਰ ਲੈਣਾ, ਕਿਉਂਕਿ ਜਿਵੇਂ ਖਾਲਸਾ ਜੀ ਨੂੰ ਸਮਝਾਉਂਦੇ ਨੇ ਕਿ ਇੱਕ ਸਮੇਂ 'ਤੇ ਇੱਕੋ ਹੀ ਹੁੰਦਾ ਕਰਮ ਕਰਨਾ, ਕਿ ਜਾਂ ਤੁਸੀਂ ਉਹ ਪਰਮਾਤਮਾ ਹੋ ਸਕਦੇ, ਅਤੇ ਜਾਂ ਤੁਸੀਂ ਵਕਾਰੀ ਹੋ ਸਕਦੇ। ਦੋਵਾਂ 'ਚੋਂ ਇੱਕ ਰੰਗ ਹੀ ਹੋਣਾ ਦਾ। ਅਤੇ ਜੇ ਹਰ ਸਮੇਂ ਹਰ ਟਾਈਮ ਅਸੀਂ ਉਹਦੇ ਕੋਲ ਵਾਂ, ਉਹਦੀ ਪਨਾਹ 'ਚ ਵਾਂ, ਅਤੇ ਉਹ ਗੁਰੂ ਪਿਤਾ ਜੀ ਉਹਦੀ ਪਨਾਹ 'ਚ ਵਾਂ, ਅਤੇ ਫਿਰ ਸਾਨੂੰ ਸਤਿਗੁਰੂ ਜੀ ਕੀ ਉਹ ਆਪਣੇ ਚਰਨਾਂ 'ਚ ਰੱਖਣਗੇ। ਫਿਰ ਜਦੋਂ ਅਸੀਂ ਉਸ ਦੇ ਪਨਾਹ ਤੋਂ ਬਾਹਰ ਹੋਵਾਂਗੇ, ਅਤੇ ਫਿਰ ਸਾਡੀ ਮੌਤ ਹੈ। ਫਿਰ ਅਸੀਂ ਵਕਾਰਾਂ ਦੇ ਵਿੱਚ ਜਦੋਂ ਵੀ ਚੱਲ ਗਏ, ਸਾਡੀ ਇੱਕ ਮੌਤ ਹੈ। ਸੋ ਜਦੋਂ ਅਸੀਂ ਅਭਿਆਸ ਵੀ ਸੁਣ ਰਹੇ ਸੀ, ਅਤੇ ਉਹਦੇ ਵਿੱਚ ਜਿਸ ਤਰ੍ਹਾਂ ਕਿ
ਟੀਕੇਕਾਰਾਂ ਨੇ ਵੀ ਅਰਥ ਇਹ ਕੀਤੇ ਪਾਣੀ ਭਰਨ ਵਾਲਾ। ਫਿਰ ਅਸੀਂ ਵੇਖਣ ਦੇ ਸੀ ਕਿ ਸੇਮ ਹੀ ਬਣ ਜਾਂਦਾ ਦੋਵਾਂ ਦਾ ਅਰਥ, ਜਿਸ ਤਰ੍ਹਾਂ ਕਿ ਪਾਣੀ ਭਰਨ ਵਾਲਾ ਕਿ ਉਹ ਜਿਹੜਾ ਕਿ ਉਹਦਾ ਹੀ ਜਿਹਦੇ ਕੋਲ ਗਿਆ ਉਹਦੇ ਜਿਹਦੇ ਹੀ ਚਰਨਾਂ 'ਚ ਜਾ ਕੇ ਰਹਿਣਾ, ਉਹ ਸੇਮ ਹੀ ਅਰਥ ਜਿਸ ਤਰ੍ਹਾਂ ਸਾਨੂੰ ਲੱਗਾ ਕਿ ਬਣ ਜਾਂਦੇ ਆ। ਸਾਨੂੰ ਇੱਕ ਇੱਦਾਂ ਵੀ ਸਮਝ ਆਇਆ ਕਿ ਇੱਦਾਂ ਵੀ ਗੁਰੂ ਪਿਤਾ ਉਹ ਪਨਾਹਾਰੋ ਦਾ ਸ਼ਬਦ ਉਹਦੇ ਤੋਂ ਇਹ ਵੀ ਸਾਨੂੰ ਅਰਥ ਦੀ ਇਸ ਤਰ੍ਹਾਂ ਸਮਝ ਲੱਗੀ। ਸੋ ਜਿੰਨੇ ਕੁ ਗੁਰੂ ਪਿਤਾ ਜੀ ਨੇ ਮਤ ਬੁੱਧ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ, ਸੋ ਜਿੰਨੀ ਕੁ ਸਮਝ ਆ ਸਕੀ, ਸੋ ਮੇਰੀ ਮਤ ਥੋੜ੍ਹੀ ਹੋਣ ਕਰਕੇ ਮੈਨੂੰ ਜਿੰਨੀ ਕੁ ਮਤ ਸੀ ਉਨੀ ਕੁ ਗੁਰੂ ਪਿਤਾ ਨੇ ਸਮਝ ਬਖਸ਼ਿਸ਼ ਕਰਨੀ ਸੀ। ਪਰ ਬੇਅੰਤ ਭੁੱਲਾਂ ਹੋਣਗੀਆਂ। ਆਪ ਜੀ ਸਰਬੱਤ ਸੰਗਤ ਜੀ ਜਿਉ ਕਿਰਪਾ ਕਰਨੀ। ਆਪ ਜੀਆਂ ਵੀ ਜੋ ਰੰਗ ਮਾਣੇ ਹੋਣ, ਜ਼ਰੂਰ ਆਪ ਜੀਆਂ ਸਾਂਝ ਪਾਉਣੀ, ਕਿਉਂਕਿ ਅਸੀਂ ਉਸ ਤੋਂ ਹੋਰ ਆਨੰਦ ਮਾਣ ਸਕੀਏ, ਇਸ ਸ਼ਬਦ ਦਾ ਹੋਰ ਕੁਝ ਪਤਾ ਲੱਗ ਸਕੇ ਵੱਧ ਤੋਂ ਵੱਧ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਆਪਣੀ ਸਾਂਝ ਪਾਉਂਦੇ ਹੋ ਅਤੇ ਸਾਨੂੰ ਕੁਝ ਪਤਾ ਲੱਗਦਾ ਹੈ। ਬੇਅੰਤ ਭੁੱਲਾਂ ਨੂੰ ਨਾ ਚਿਤਾਰਨਾ। ਗੱਜ ਕੇ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।